JVS टाइम देख रहे तमाम दर्शकों को मेरे वालों यानी कि जगवीर आजाद वालों प्यार भरी सत श्री अकाल। दोस्तों इस प्रोग्राम के जरिए असीं तुहानूं पंजाब के ਵੱਖ-ਵੱਖ शख्सियतां दे रूबरू कराउंदे रहांगे। दर्शकों प्राइम टाइम की शुरुआत पिछली सदी के जलियांवाले बाग की खूनी कांड की घटना तो शुरू करन जा रहे हैं। इस विषय पर गलबात करने के लिए साडे नाल अज स्टूडियो च मौजूद ने करमजीत कोटकपूरा जो कि नौजवान भरत सभा के सूबा कमेटी मैंबर हैं। करते हैं गलबात का सिलसिला शुरू। सब तो पहला करमजीत जी JVS टाइम ते तुहाडा बहुत बहुत स्वागत है। धन्यवाद वीर, शुक्रिया जी। और जे गल करिए जलियांवाले बाग की तो केंद्र सरकार है जी 28 अगस्त को वर्चुअल मीटिंग के विच उद्घाटन करन जा रही है। अजिहा की जिहड़ा केंद्र सरकार वालों किया गया? जगवीर जी मोदी सरकार दे वल्लों एक बयान आया अज जिहदे विच सरकार दा यह कहना कि 28 अगस्त को असीं जलियांवाला बाग लोक अर्पण करन जा रहे हैं। जिहड़ी चीज़ पहलां ही लोक अर्पण आ ते 100 साल पुरानी आ ਉਹਨੂੰ ਦੁਬਾਰਾ ਲੋਕ ਅਰਪਣ ਕਰਨ ਦੀ ਕੋਈ ਤੁਕ ਨਹੀਂ ਬਣਦੀਗੀ। ਅਸਲ 'ਚ ਸਰਕਾਰ ਕੀ ਕਰਨ ਜਾ ਰਹੀ ਹੈ, ਪਿਛਲੇ ਕੁਝ ਮਹੀਨਿਆਂ ਦਾ ਜਲਿਆਂਵਾਲਾ ਬਾਗ ਬੰਦ ਕੀਤਾ ਹੋਇਆ। ਦੇਸ਼ ਭਗਤ ਯਾਦਗਾਰ ਹਾਲ ਦੀ ਕਮੇਟੀ ਜਿਹੜੀ ਬਣੀ ਹੋਈ ਹੈ ਜਲੰਧਰ ਦੀ, ਉਹਦੇ ਜਿਹੜੇ ਨੁਮਾਇੰਦੇ ਵੀ ਆ ਉਹ ਗਏ ਜਲਿਆਂਵਾਲਾ ਬਾਗ ਨੂੰ ਅੰਦਰੋਂ ਦੇਖਣਾ ਚਾਹੁੰਦੇ ਸੀਗੇ ਵੀ ਸਾਨੂੰ ਦਿਖਾਓ ਤੁਸੀਂ ਅੰਦਰ ਕਰ ਕੀ ਰਹੇ ਆ। ਉਹਨਾਂ ਨੂੰ ਵੀ ਬਾਹਰੋਂ ਹੀ ਮੋੜਤਾ। ਸਰਕਾਰ ਨਵੀਨੀਕਰਨ ਦੇ ਨਾਂ ਤੇ ਉੱਥੋਂ ਦੀ ਜਿਹੜੀ ਇਤਿਹਾਸਕ ਦਿੱਖ ਆ ਉਹਨੂੰ ਵਿਗਾੜਨ ਜਾ ਰਹੀ ਹੈ ਤੇ ਇਤਿਹਾਸਕ ਦਿੱਖ ਵਿਗਾੜ ਕੇ ਤੇ ਉਹਨੂੰ ਨਾਮ ਦਿੱਤਾ ਨਵੀਨੀਕਰਨ ਦਾ। ਹੁਣ ਇਸ ਨਵੀਨੀਕਰਨ ਨੂੰ ਲੋਕ ਅਰਪਣ ਕਰਨ ਜਾ ਰਹੀ ਹੈ ਵੀ ਜਿਹੜਾ ਵਿਗਾੜ ਕੀਤਾ, ਜਿਹੜਾ ਇਤਿਹਾਸਕ ਦਿੱਖ ਨੂੰ ਵਿਗਾੜਿਆ, ਖਤਮ ਕੀਤਾ, ਮਤਲਬ ਜਿਹੜੀ ਕੋਝੀ ਚਾਲ ਆ ਉਹਦਾ ਲੋਕ ਅਰਪਣ ਸਰਕਾਰ ਕਰਨ ਜਾ ਰਹੀ ਹੈ, ਨਾ ਕਿ ਜਲਿਆਂਵਾਲੇ ਬਾਗ ਦਾ। ਤੇ ਸਾਨੂੰ ਇਹ ਤੇ ਸਖਤ ਇਤਰਾਜ਼ ਆ ਜੀ। और जे गल करिए विशेषता की तो जी साडी नौजवान पीढ़ी है दिनों दिन भुलती जा रही है, तो तुहानूं नहीं लगता भी जिहड़े इहदी विशेषता बारे साडे जिहड़े दर्शक ने जां नौजवान ने उन्हां नूं अवेयर करना चाहिए? बिल्कुल जी। असल 'च ਕਿਸੇ ਵੀ ਕਾਂਡ ਦੇ ਪਿੱਛੇ ਕੁਝ ਜਿਹੜੇ ਜ਼ਮੀਨੀ ਹਾਲਾਤ ਆ ਉਹ ਕੰਮ ਕਰਦੇ ਹੁੰਦੇ ਆ। ਜਲਿਆਂਵਾਲਾ ਬਾਗ ਕਾਂਡ ਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਸੀ ਜਿਹੜੇ ਜ਼ਿੰਮੇਵਾਰ ਸੀਗੇ। ਉਸ ਟਾਈਮ ਤੇ ਹਾਲਾਤ ਇਹ ਸੀ ਕਿ 85% ਕਿਸਾਨੀ ਉਹ ਕਰਜ਼ਈ ਹੋ ਚੁੱਕੀ ਸੀ। ਇੱਥੋਂ ਦੀ 45% ਕਿਸਾਨਾਂ ਦੀ ਜ਼ਮੀਨ ਜਿਹੜੀ ਉਹ ਗਹਿਣੇ ਪੈ ਚੁੱਕੀ ਸੀਗੀ। 12,500 ਦੇ ਕਰੀਬ ਜਿਹੜੇ ਪੰਜਾਬੀ ਆ ਪਹਿਲੀ ਸੰਸਾਰ ਜੰਗ ਦੇ ਵਿੱਚ ਮਾਰੇ ਗਏ ਸੀਗੇ। 24,500 ਜਿਹੜੇ ਪੰਜਾਬੀ ਉਹ ਗੁੰਮ ਹੋ ਚੁੱਕੇ ਸੀਗੇ ਤੇ ਪੂਰੇ ਚਾਰੇ ਪਾਸੇ ਹਾਹਾਕਾਰ ਸੀਗੀ। ਲੋਕ ਭੁੱਖ ਦੇ ਖਿਲਾਫ, ਪਿਆਸ ਦੇ ਖਿਲਾਫ, ਜ਼ੁਲਮ ਦੇ ਖਿਲਾਫ ਸੜਕਾਂ ਤੇ ਨਿੱਤਰ ਰਹੇ ਸੀਗੇ ਤੇ ਲੋਕਾਂ ਦੇ ਸੰਘਰਸ਼ਾਂ ਨੂੰ ਖਤਮ ਕਰਨ ਵਾਸਤੇ ਅੰਗਰੇਜ਼ਾਂ ਨੇ ਸਿਡਨੀ ਰੌਲਟ ਨਾਂ ਦੇ ਇੱਕ ਜੱਜ ਦੀ ਅਗਵਾਈ 'ਚ ਕਮੇਟੀ ਬਣਾਈ ਜਿਹਨੇ ਬਾਅਦ ਵਿੱਚ ਇੱਕ ਰੌਲਟ ਐਕਟ ਕਾਨੂੰਨ ਨਾਲ ਲਿਆਂਦਾ। ਜਿਹੜਾ ਕਾਨੂੰਨ ਇਹ ਕਹਿੰਦਾ ਸੀਗਾ ਕਿ ਕਿਸੇ CID ਦੇ ਸਿਪਾਹੀ ਦੇ ਕਹਿਣ ਤੇ ਕਿਸੇ ਵੀ ਬੰਦੇ ਦੇ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾ ਸਕਦਾ ਤੇ ਉਹਨੂੰ ਕਿਤੇ ਸਫਾਈ ਪੇਸ਼ ਕਰਨ ਦਾ ਅਧਿਕਾਰ ਨਹੀਂ, ਅਦਾਲਤ ਦੇ ਵਿੱਚ ਜਾਣ ਦਾ ਅਧਿਕਾਰ ਨਹੀਂਗਾ। ਜੇ ਇੱਕ CID ਦਾ ਸਿਪਾਹੀ ਵੀ ਇਹ ਕਹਿੰਦਾ, ਉਹਦੀ ਰਿਪੋਰਟ ਦੇ ਵਿੱਚ ਖੁਲਾਸਾ ਹੁੰਦਾ ਤਾਂ ਉਹਦੇ ਕਹਿਣ ਤੇ ਕਿਸੇ ਅਖਬਾਰ ਦੇ ਸੰਪਾਦਕ ਖਿਲਾਫ ਪਰਚਾ ਦਰਜ ਕੀਤਾ ਜਾ ਸਕਦਾ। ਤੇ ਪੁਲਿਸ ਵਾਸਤੇ ਇਹ ਜ਼ਰੂਰੀ ਨਹੀਂ ਸੀਗਾ ਕਿ ਉਹ ਚਾਰਜ ਸ਼ੀਟ ਪੇਸ਼ ਕਰੇ, ਮਤਲਬ ਕਿਸੇ ਤੇ ਵੀ ਦੇਸ਼ ਧਰੋਹ ਦਾ ਪਰਚਾ, ਕਿਸੇ ਨੂੰ ਵੀ ਜੇਲ੍ਹ 'ਚ ਸੁੱਟਣਾ, ਇਹਦੇ ਵਾਸਤੇ ਸਰਕਾਰ ਰੌਲਟ ਐਕਟ ਲੈ ਕੇ ਆਈ ਸੀਗੀ। ਤੇ ਦਲੀਲ, ਵਕੀਲ, ਅਪੀਲ ਇਹ ਅਧਿਕਾਰ ਜਿਹੜੇ ਲੋਕਾਂ ਤੋਂ ਖੋਹਣ ਵਾਸਤੇ ਲਿਆਂਦਾ ਗਿਆ ਸੀਗਾ ਤੇ ਲੋਕ ਜਿਹੜੇ ਪਹਿਲਾਂ ਹੀ ਸਤਾਏ ਹੋਏ ਸੀਗੇ ਤੇ ਉੱਤੋਂ ਸਰਕਾਰ ਇਹ ਕਾਲਾ ਕਾਨੂੰਨ ਲਿਆਈ। ਇਹਦੇ ਖਿਲਾਫ ਸਾਰੇ ਮੁਲਕ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀਗੀ। ਅਸੀਂ ਦੱਸਣਾ ਚਾਹਾਂਗੇ ਕਿ 13 ਅਪ੍ਰੈਲ ਦਾ ਕਾਂਡ ਇੱਕ ਦਿਨ 'ਚ ਨਹੀਂ ਵਾਪਰਿਆਗਾ। 30 ਮਾਰਚ ਤੋਂ ਲੈ ਕੇ 13 ਅਪ੍ਰੈਲ 1919 ਇਹ ਜਿਹੜੇ ਦਿਨ ਆ ਇਹ ਭਾਰਤੀ ਇਤਿਹਾਸ ਦੇ ਵਿੱਚ ਬਹੁਤ ਅਹਿਮ ਆ। 30 ਮਾਰਚ ਨੂੰ ਸੱਤਿਆਗ੍ਰਹਿ ਦਾ ਐਲਾਨ ਕੀਤਾ ਗਿਆ ਇਸ ਕਾਨੂੰਨ ਦੇ ਖਿਲਾਫ। ਬਾਅਦ ਵਿੱਚ ਇਹਦੀ ਤਰੀਕ ਬਦਲ ਦਿੱਤੀ ਗਈ, ਉਹ 6 ਅਪ੍ਰੈਲ ਕਰ ਦਿੱਤੀ ਗਈ। ਪਰ ਲੋਕਾਂ 'ਚ ਗੁੱਸਾ ਇੰਨਾ ਸੀਗਾ ਕਿ 30 ਮਾਰਚ ਨੂੰ ਵੀ ਇਕੱਠ ਹੋਇਆ ਅੰਮ੍ਰਿਤਸਰ ਦੇ ਵਿੱਚ ਤੇ 6 ਅਪ੍ਰੈਲ ਨੂੰ ਵੀ ਬਹੁਤ ਵੱਡਾ ਇਕੱਠ ਹੋਇਆ। 30,000 ਦੇ ਲੋਕ ਲਗਭਗ ਲੋਕ ਜਿਹੜੇ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਸੀਗੇ ਤੇ ਅੰਮ੍ਰਿਤਸਰ ਸ਼ਹਿਰ ਦੇਖਦੇ ਹੀ ਦੇਖਦੇ ਇਸ ਕਾਨੂੰਨ ਦੇ ਖਿਲਾਫ ਸੰਘਰਸ਼ ਦਾ ਕੇਂਦਰ ਬਣ ਕੇ ਉੱਭਰਿਆ ਸੀਗਾ। 9 ਅਪ੍ਰੈਲ ਨੂੰ ਰਾਮ ਨੌਮੀ ਦਾ ਤਿਉਹਾਰ ਸੀਗਾ। ਆਪਾਂ ਸਾਰੇ ਜਾਣਦੇ ਕਿ ਹਿੰਦੂਆਂ ਦਾ ਪਵਿੱਤਰ ਤਿਉਹਾਰ ਆ ਤੇ ਇਸ ਤਿਉਹਾਰ ਤੇ ਜਿਹੜਾ ਜਲਸਾ ਕੱਢਿਆ ਗਿਆ ਉਹਨੂੰ ਸ਼ਬੀਲ ਮੁਸਲਮਾਨ ਲੋਕਾਂ ਨੇ ਪਿਆਈ। ਇੱਕ ਭਾਈਚਾਰਕ ਸਾਂਝ ਲਗਾਤਾਰ ਇਕੱਠੀ ਹੋ ਰਹੀ ਸੀਗੀ ਤੇ 10 ਅਪ੍ਰੈਲ ਨੂੰ ਜਦੋਂ ਲੋਕ ਤਿਆਰੀ ਕਰ ਰਹੇ ਸੀ ਸੰਘਰਸ਼ ਨੂੰ ਅੱਗੇ ਵਧਾਉਣ ਦੀ, ਅੰਮ੍ਰਿਤਸਰ 'ਚ ਬਹੁਤ ਵੱਡਾ ਇਕੱਠ ਹੋਇਆ ਤੇ ਸਰਕਾਰ ਨੇ ਕੀ ਕੀਤਾ, ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੇ 2 ਇਨਸਾਨ, ਜਿਹਦੇ ਵਿੱਚ ਇੱਕ ਡਾਕਟਰ ਸੈਫੂਦੀਨ ਕਿਚਲੂ ਜਿਹੜੇ ਮੁਸਲਿਮ ਸੀ ਤੇ ਕਸ਼ਮੀਰੀ ਮੁਸਲਿਮ ਸੀਗੇ ਤੇ ਇੱਕ ਡਾਕਟਰ ਸਤਿਆਪਾਲ ਜੀ, ਇਹ 2 ਮੁੱਖ ਲੀਡਰ ਸੀ ਜਿਹੜੇ ਸੰਘਰਸ਼ ਦੀ ਅਗਵਾਈ ਕਰ ਰਹੇ ਸੀਗੇ। ਇਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ, ਇਹਦੇ ਗ੍ਰਿਫਤਾਰ ਕੀਤਾ ਗਿਆ। ਇਹਦੇ ਖਿਲਾਫ ਲੋਕ ਵੱਡੀ ਪੱਧਰ ਤੇ ਸੜਕਾਂ ਤੇ ਆਏ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਕਾਨੂੰਨ ਵਾਪਸ ਲਿਆ ਜਾਵੇ ਤੇ ਪਰ ਸਰਕਾਰ ਨੇ ਕੀ ਕੀਤਾ, ਗੋਲੀ ਚਲਾਈ। 10 ਅਪ੍ਰੈਲ 1919 ਨੂੰ ਪਹਿਲੀ ਗੋਲੀ ਚੱਲੀ ਅੰਮ੍ਰਿਤਸਰ ਦੇ ਵਿੱਚ, ਜਿਹਦੇ ਵਿੱਚ 20 ਬੰਦੇ ਜਿਹੜੇ ਆ ਸ਼ਹੀਦ ਕਰ ਦਿੱਤੇ ਗਏ। ਉਸ ਤੋਂ ਬਾਅਦ ਤੁਸੀਂ ਸਿਤਮ ਦੇਖੋ ਸਰਕਾਰ ਦਾ
ਕਿ ਲੋਕਾਂ ਨੂੰ ਆਪਦੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਸੰਸਕਾਰ ਕਰਨ ਦਾ ਅਧਿਕਾਰ ਵੀ ਨਹੀਂ ਸਰਕਾਰ ਨੇ ਦਿੱਤਾ। ਇਹ ਐਲਾਨ ਕਰ ਦਿੱਤਾ ਗਿਆ ਤੇ 4 ਤੋਂ ਵੱਧ ਕੋਈ ਬੰਦੇ ਇੱਕ ਬੰਦੇ ਦੇ ਸੰਸਕਾਰ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇਗੇ ਤੇ ਲੋਕ ਫਿਰ ਵੀ ਨਹੀਂ ਹਟੇ। ਤਾਂ ਨੌਬਤ ਇਹ ਆਏਗੀ ਕਿ 12 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੁਨਿਆਦੀ ਕਰਵਾਈ ਕਿ ਕਿਸੇ ਨੂੰ ਵੀ ਸੜਕ ਤੇ ਆਉਣ ਦਾ ਅਧਿਕਾਰ ਨਹੀਂਗਾ ਤੇ ਜਿਹੜਾ ਆਊ ਗ੍ਰਿਫਤਾਰ ਕਰਾਂਗੇ, ਮਾਰਾਂਗੇ, ਗੋਲੀ ਚਲਾਵਾਂਗੇ। ਪਰ ਲੋਕਾਂ ਦਾ ਗੁੱਸਾ ਲਗਾਤਾਰ ਵੱਧਦਾ ਗਿਆ। 13 ਅਪ੍ਰੈਲ 1919 ਨੂੰ 20,000 ਦੇ ਕਰੀਬ ਜਿਹੜੇ ਲੋਕ ਆ ਜਲਿਆਂਵਾਲਾ ਬਾਗ ਦੇ ਵਿੱਚ ਇਕੱਠੇ ਹੋਏ, ਜਿਸ 'ਚ ਸਿੱਖ, ਹਿੰਦੂ, ਮੁਸਲਿਮ ਸਾਰੇ ਧਰਮਾਂ ਦੇ ਲੋਕ ਸ਼ਾਮਲ ਸੀਗੇ। ਸਰਕਾਰ ਨੂੰ ਇੱਕ ਤਾਂ ਰੌਲਟ ਐਕਟ ਦੇ ਖਿਲਾਫ ਲੋਕਾਂ ਦਾ ਗੁੱਸਾ, ਦੂਸਰਾ ਜਿਹੜੀ ਲੋਕਾਂ ਦੀ ਲੁੱਟ ਅੰਗਰੇਜ਼ ਕਰ ਰਹੇ ਸੀ ਉਹਦੇ ਖਿਲਾਫ ਲੋਕਾਂ ਦੀ ਜਾਗਰਤੀ ਜਿਹੜੀ ਆ ਵੱਧਦੀ ਜਾ ਰਹੀ ਸੀ, ਤੇ ਤੀਸਰਾ ਜਿਹੜਾ ਕੁਝ ਸਰਕਾਰ ਭਾਈਚਾਰਕ ਸਾਂਝ ਨੂੰ ਖਤਮ ਕਰਨ ਵਾਸਤੇ ਕਰ ਰਹੀ ਸੀ ਤੇ ਲੋਕ ਸਾਰੇ ਧਰਮਾਂ ਦੇ ਇਕੱਠੇ ਹੋ ਰਹੇ ਸੀ, ਇਹ ਉਹਨਾਂ ਦੇ ਨੱਕ 'ਚ ਦਮ ਕਰ ਰਹੀ ਸੀ ਚੀਜ਼, ਜਿਹਦੇ ਕਰਕੇ ਜਨਰਲ ਡਾਇਰ ਨੇ 13 ਅਪ੍ਰੈਲ 1919 ਨੂੰ ਜਦੋਂ ਹਜੇ ਪ੍ਰੋਗਰਾਮ ਚੱਲ ਰਿਹਾ ਸੀ ਜਲਿਆਂਵਾਲੇ ਬਾਗ ਦੇ ਵਿੱਚ ਤੇ ਲਾਸਟ ਬੁਲਾਰੇ ਆਪਦੀ ਗੱਲ ਖਤਮ ਕਰਨ ਜਾ ਰਹੇ ਸੀਗੇ ਤੇ ਜਨਰਲ ਡਾਇਰ ਨੇ ਹੱਥੇ ਲੋਕਾਂ ਤੇ ਗੋਲੀ ਚਲਾਈ, ਵਾਰਨਿੰਗ ਵੀ ਨਹੀਂ ਦਿੱਤੀ ਗਈ ਤੇ ਜਲਿਆਂਵਾਲੇ ਬਾਗ ਨੂੰ ਜਾਣ ਵਾਸਤੇ ਇੱਕੋ ਰਸਤਾ ਸੀਗਾ ਤੇ ਉਹ ਰਸਤੇ ਤੇ ਜਨਰਲ ਡਾਇਰ ਆਪਦੀ ਫੌਜ ਬੀੜ ਕੇ ਬੈਠਾ ਸੀਗਾ। ਲੋਕਾਂ ਨੂੰ ਭੱਜਣ ਦਾ ਵੀ ਰਾਹ ਨਹੀਂ ਦਿੱਤਾ ਗਿਆਗਾ ਤੇ ਕਈ ਲੋਕਾਂ ਨੇ ਆਪਦੀ ਜਾਨ ਬਚਾਉਣ ਵਾਸਤੇ ਕੰਧਾਂ ਟੱਪਣ ਦੀ ਕੋਸ਼ਿਸ਼ ਕੀਤੀ ਤੇ ਅੱਜ ਵੀ ਗਵਾਹ ਕਿ ਜਿਹੜੀਆਂ ਕੰਧਾਂ ਤੇ ਗੋਲੀਆਂ ਲੱਗੀਆਂ ਉਹ ਮੂੰਹ ਬੋਲ ਕੇ ਦੱਸਦੀਆਂ ਕਿ ਲੋਕ ਇੱਥੋਂ ਟੱਪਣਾ ਚਾਹੁੰਦੇ ਸੀ। ਜਿਹੜੀਆਂ ਗੋਲੀਆਂ ਵੱਜੀਆਂ ਕੁਝ ਲੋਕਾਂ ਦੇ ਵੱਜੀਆਂ ਤੇ ਕੁਝ ਕੰਨ ਤੇ ਵੱਜੀਆਂ, ਜਿਹਦੇ ਅੱਜ ਵੀ ਨਿਸ਼ਾਨ ਹੈਗੇ ਆ। ਪਰ ਹੁਣ ਇਹਨੂੰ ਸਰਕਾਰ ਖਤਮ ਕਰਨ ਜਾ ਰਹੀ ਹੈ। ਖੂਹ ਸੀ, ਉਹਦੇ ਵਿੱਚ ਲੋਕਾਂ ਨੇ ਜਾਨਾਂ ਬਚਾਉਣ ਵਾਸਤੇ ਛਾਲਾਂ ਮਾਰਨ ਦੀ ਕੋਸ਼ਿਸ਼ ਕੀਤੀ ਆ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਉੱਥੇ ਵਾਪਰੀਆਂ, ਜਿਹਦੇ ਵਿੱਚ ਅੰਕੜੇ ਦੱਸਦੇ ਆ ਸਰਕਾਰ ਦੇ ਕਿ 377 ਲੋਕਾਂ ਦੀ ਸ਼ਹਾਦਤ ਹੋਈ, ਜਿਹਦੇ ਵਿੱਚ 371 ਆਦਮੀ ਸੀਗੇ, 4 ਲੜਕੇ ਤੇ ਇੱਕ 7 ਹਫ਼ਤਿਆਂ ਦਾ ਬੱਚਾ ਵੀ ਸ਼ਾਮਲ ਸੀਗਾ। ਪਰ ਸਵਾਮੀ ਸ਼ਰਧਾਨੰਦ ਦੇ ਅਨੁਸਾਰ 1500 ਲੋਕਾਂ ਦੀ ਸ਼ਹਾਦਤ ਹੋਈ। ਮਦਨ ਮੋਹਨ ਮਾਲਵੀਆ ਜੀ ਆ, ਉਹਨਾਂ ਦੇ ਅਨੁਸਾਰ 971 ਲੋਕ ਉੱਥੇ ਸ਼ਹੀਦ ਹੋਏ ਸੀਗੇ। ਬਾਕੀ ਲੋਕਾਂ ਨੂੰ ਚੱਕਣ ਵਾਸਤੇ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਕੋਈ ਨਹੀਂ ਸੀਗਾ। ਪੁਲਿਸ ਨੇ ਅਧਿਕਾਰ ਹੀ ਨਹੀਂ ਦਿੱਤਾ ਕਿ ਲਾਸ਼ਾਂ ਨੂੰ ਚੱਕ ਕੇ ਲੋਕ ਲੈ ਜਾਣ, ਜ਼ਖਮੀਆਂ ਦੀ ਦੇਖਭਾਲ ਕਰ ਲੈਣ, ਜਿਹਦੇ ਕਰਕੇ ਸਾਰੀ ਰਾਤ ਰੇਂਗਦੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਵੀ ਕਈ ਲੋਕ ਰਾਤ ਨੂੰ ਸ਼ਹੀਦ ਹੋਏ। ਜਦੋਂ ਇਹ ਸ਼ਹਾਦਤਾਂ ਹੋਈਆਂ, ਜਿਹਦੇ ਵਿੱਚ 852 ਲੋਕਾਂ ਤੇ ਕਾਰਵਾਈ ਕੀਤੀ ਜਿਹੜੇ ਲੋਕ ਅਗਵਾਈ ਕਰ ਰਹੇ ਸੀਗੇ, 581 ਲੋਕਾਂ ਤੇ ਨੂੰ ਸਜ਼ਾ ਸੁਣਾਈ ਗਈ, 108 ਨੂੰ ਮੌਤ ਦੀ ਸਜ਼ਾ ਤੇ 85 ਲੋਕਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ। ਤੇ ਜਿਹੜੇ ਮੁੱਖ 2 ਲੀਡਰ ਸੀ ਗਵਾਹੀ ਕਰਨ ਵਾਲੇ, ਡਾਕਟਰ ਸੈਫੂਦੀਨ ਕਿਚਲੂ ਤੇ ਸਤਿਆਪਾਲ, ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ ਗਈ ਪੱਕੇ ਤੌਰ ਤੇ ਲੋਕਾਂ ਨੇ ਇਸ ਚੀਜ਼ ਦਾ ਵੀ ਵਿਰੋਧ ਕੀਤਾ। ਬਹੁਤ ਵੱਡੀ ਪੱਧਰ ਤੇ ਲੋਕ ਸੜਕਾਂ ਤੇ ਨਿੱਤਰ ਕੇ ਆਏ ਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਜਲਿਆਂਵਾਲਾ ਬਾਗ ਖੂਨੀ ਕਾਂਡ ਨੇ ਇੱਕ ਨਵਾਂ ਰਾਹ ਦਿਖਾਇਆ। ਉਸ ਤੋਂ ਪਹਿਲਾਂ ਜਿੱਥੇ ਅਰਜ਼ੀਆਂ ਦੇਣ ਤੱਕ ਲੋਕ ਸੀਮਤ ਸੀਗੇ ਕਿ ਡਾਂਡੀ ਮਾਰਚ ਕਰ ਲਓ, ਚਰਖੇ ਕੱਤ ਲਓ, ਇਸ ਤਰ੍ਹਾਂ ਆਜ਼ਾਦੀ ਮਿਲ ਜੂਗੀ, ਜਲਿਆਂਵਾਲੇ ਬਾਗ ਦੇ ਕਾਂਡ ਨੇ ਸਿਖਾਤਾ ਕਿ ਬੇਰਹਿਮ ਤੇ ਜ਼ਾਲਮ ਸਰਕਾਰ ਅੰਗਰੇਜ਼ਾਂ ਦੀ, ਇਹਨਾਂ ਦੇ ਖਿਲਾਫ ਸੜਕ ਤੇ ਨਿੱਤਰੇ ਬਿਨਾ, ਜਿਸ ਤਰ੍ਹਾਂ ਅੰਮ੍ਰਿਤਸਰ ਦੇ ਲੋਕ ਵਿੱਚ ਨਿੱਤਰੇ ਆ, ਉਹ ਤੋਂ ਬਿਨਾ ਇਹਨਾਂ ਨੂੰ ਹਿੰਦੁਸਤਾਨ ਚੋਂ ਕੱਢਿਆ ਨਹੀਂ ਜਾ ਸਕਦਾਗਾ। ਇੱਕ ਨਵਾਂ ਜਿਹੜਾ ਮੋੜ ਸੀ ਭਾਰਤ ਦੀ ਆਜ਼ਾਦੀ ਲਹਿਰ ਦੇ ਵਿੱਚ ਇਸ ਜਿਹੜਾ ਕਾਂਡ ਨੇ ਆ ਉਹ ਦਿੱਤਾ। ਤਾਂ ਗੱਲ ਕੀਤੀ ਹੈ ਤੁਸੀਂ ਲੋਕ ਸੰਘਰਸ਼ ਦੀ, ਤਾਂ ਪਿਛਲੇ 8-9 ਮਹੀਨਿਆਂ ਤੋਂ ਜਿਹੜੇ ਸਾਡੇ ਦਿੱਲੀ ਕਿਸਾਨ ਬੈਠੇ ਨੇ ਆਪਦੇ ਹੱਕਾਂ ਦੇ ਲਈ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕੇਂਦਰ ਸਰਕਾਰਾਂ ਨੇ ਇਸ ਤਰ੍ਹਾਂ ਦੇ ਮੁੱਦੇ ਉਜਾਗਰ ਕਰਕੇ, ਜੇ ਗੱਲ ਕਰੀਏ ਪੰਜਾਬੀ ਵਿਰਾਸਤ ਦੀ, ਤਾਂ ਜਲਿਆਂਵਾਲਾ ਬਾਗ ਆ ਜਿਹੜਾ ਬੜਾ ਸੰਵੇਦਨਸ਼ੀਲ ਮੁੱਦਾ ਹੈਗਾ, ਅੱਜ ਤੁਸੀਂ ਇਸ ਤੇ ਆਪਾਂ ਚਰਚਾ ਕਰ ਰਹੇ ਹਾਂ, ਤੇ ਤੁਹਾਨੂੰ ਨਹੀਂ ਲੱਗਦਾ ਇਹਨੇ ਲੜਾਈ ਹੈ ਜਿਹੜੀ ਹੋਰ ਲੰਮੀ ਚਲੇਗੀ? ਅਸਲ 'ਚ ਇਹ ਸਰਕਾਰ ਦੀ ਲੰਬੇ ਸਮੇਂ ਦੀ ਕੋਸ਼ਿਸ਼ ਆ। ਪਹਿਲਾਂ 2009-10 ਦੇ ਵਿੱਚ ਸਰਕਾਰ ਨੇ ਆਹੀ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਕੰਜਰਖਾਨਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਲਾਈਟਿੰਗ ਸਾਊਂਡ ਦੇ ਨਾਂ ਤੇ, ਟਿਕਟ ਖਿੜਕੀ ਦੇ ਨਾਂ ਤੇ ਨਵੀਨੀਕਰਨ ਕਰਨਾ ਚਾਹੁੰਦੇ ਸੀ। ਪਰ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ ਨੇ ਬਹੁਤ ਤਿੱਖਾ ਵਿਰੋਧ ਇਹਦਾ ਕੀਤਾ, ਜਿਹਦੇ ਕਰਕੇ ਸਰਕਾਰ ਨੂੰ ਆਪਦੇ ਪੈਰ ਪਿੱਛੇ ਖਿੱਚਣੇ ਪਏ ਸੀਗੇ। ਅੱਜ ਵੀ ਜੋ ਸਰਕਾਰ ਨੇ ਹੁਣ ਕੀਤਾ, ਇਹਦੀ ਤਿਆਰੀ ਲੰਬੇ ਸਮੇਂ ਦੀ ਚੱਲ ਰਹੀ ਸੀਗੀ। ਲਗਭਗ ਅਸੀਂ ਜਦੋਂ 100 ਸਾਲਾ ਮਨਾਇਆ ਜਲਿਆਂਵਾਲੇ ਬਾਗ ਦਾ, ਉਸ ਸਮੇਂ ਤੋਂ ਸਰਕਾਰ ਇਹਦੀ ਤਿਆਰੀ ਕਰਨ ਲੱਗੀ ਹੋਈ ਸੀਗੀ ਤੇ ਕਰੋਨਾ ਜਿਹੜਾ ਨਿਆਮਤ ਬਣ ਕੇ ਟੱਕਰਿਆ ਸਰਕਾਰ ਨੂੰ, ਕਰੋਨਾ ਦੇ ਨਾਮ ਤੇ ਬਾਕੀ ਚੀਜ਼ਾਂ ਬੰਦ ਸੀ ਤੇ ਜਲਿਆਂਵਾਲਾ ਬਾਗ ਵੀ ਪੱਕੇ ਤੌਰ ਤੇ ਬੰਦ ਕਰਤਾ। ਸ਼ਾਇਦ ਲਾਕਡਾਊਨ ਨਾ ਲੱਗਦਾ ਤੇ ਇਹ ਨੌਬਤ ਅਸੀਂ ਨਾ ਆਉਣ ਦਿੰਦੇ ਕਿ ਸਰਕਾਰ ਨਵੀਨੀਕਰਨ ਕਰ ਜਾਂਦੀ, ਪਰ ਲਾਕਡਾਊਨ ਦੀ ਆੜ ਦੇ ਵਿੱਚ ਇਹਨੂੰ ਬੰਦ ਕਰਕੇ ਸਰਕਾਰ ਨੇ ਨਵੀਨੀਕਰਨ ਕੀਤਾ। ਲੰਬੇ ਸਮੇਂ ਦੀ ਸਰਕਾਰ ਦੀ ਕੋਸ਼ਿਸ਼ ਹੈ ਇਹਨੂੰ ਖਤਮ ਕਰਨ ਦੀ, ਇਹ ਅੱਜ ਦੀ ਗੱਲ ਨਹੀਂ ਗੀ। ਦੂਸਰਾ ਜਿਹੜਾ ਦਿੱਲੀ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ, ਅਸਲ ਦੇ ਵਿੱਚ ਸਰਕਾਰ ਕੀ ਕਰ ਰਹੀ ਹੈ, ਇਹ ਸਰਕਾਰ ਇੱਕ ਖਾਸ ਸੋਚ, ਖਾਸ ਵਿਚਾਰਧਾਰਾ ਦੀ ਧਾਰਨੀ ਹੈ ਤੇ ਇਹਨੇ ਸਾਨੂੰ ਚੁਤਰਫਾ ਜਿਹੜਾ ਹੱਲਾ ਸਾਡੇ ਤੇ ਬੋਲਿਆ ਹੋਇਆ। ਖੇਤੀ ਕਾਨੂੰਨ ਲਿਆਂਦੇ, ਜਿੱਥੇ ਇਹਨੇ ਸਾਡੀ ਰੋਟੀ ਖੋਹਣੀ ਆ, ਜ਼ਮੀਨਾਂ ਖੋਹਣੀਆਂ, ਇਹਦੇ ਨਾਲ ਹੀ ਨਾਲ ਜਿਹੜੀ
ਭਾਰਤ ਦੀ ਜਿਹੜਾ ਸੰਘੀ ਢਾਂਚਾ ਸੂਬਿਆਂ ਦੇ ਜਿਹੜੇ ਅਧਿਕਾਰ ਆ ਉਹਨੂੰ ਖੋਲਣ ਦਾ ਵੀ ਖੋਣ ਦਾ ਵੀ ਰਾਹ ਖੋਲਣਾ, ਕਿਉਂਕਿ ਖੇਤੀ ਬਾਰੇ ਕੋਈ ਕਾਨੂੰਨ ਬਣਾਉਣਾ ਇਹ ਸੂਬਿਆਂ ਦਾ ਅਧਿਕਾਰ ਆ ਤੇ ਇਹ ਕਾਨੂੰਨ ਬਣਾ ਕੇ ਸਿੱਧੇ ਤੌਰ ਤੇ ਸਰਕਾਰ ਉਹ ਅਧਿਕਾਰ ਖੋਣ ਜਾ ਰਹੀ ਆ। ਇਸੇ ਤਰ੍ਹਾਂ ਹੀ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਆ ਪੰਜਾਬ ਦੀ, ਉਹਨੂੰ ਵੀ ਕੇਂਦਰੀਕਰਨ ਦੇ ਨਾਂ ਤੇ ਸਾਡੇ ਤੋਂ ਖੋਣ ਜਾ ਰਹੀ ਹੈ, ਪੰਜਾਬੀ ਭਾਸ਼ਾ ਨੂੰ ਖਤਮ ਕਰਨ ਜਾ ਰਹੀ ਹੈ। ਤੇ ਇਸੇ ਹਮਲੇ ਦਾ ਹੀ ਇੱਕ ਹਿੱਸਾ ਕਿ ਜਿਹੜੀਆਂ ਸਾਡੀਆਂ ਇਤਿਹਾਸਕ ਵਿਰਾਸਤਾਂ, ਖਾਸ ਕਰਕੇ ਇਹ ਇਤਿਹਾਸਕ ਵਿਰਾਸਤਾਂ ਉਹ ਜਿਹੜੀਆਂ ਆਪਦੇ ਵਿੱਚ ਭਾਈਚਾਰਕ ਸਾਂਝ ਸਮੋ ਕੇ ਬੈਠੀਆਂ, ਤੇ ਮੋਦੀ ਉਸ ਸੋਚ ਉਸ ਵਿਚਾਰਧਾਰਾ ਦਾ ਧਾਰਨੀ ਆ ਜਿਹੜੀ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਆ। ਇੱਥੇ ਬਾਕੀ ਧਰਮਾਂ ਦੀ ਜਿਹੜੀ ਖੁਦ ਮੁਖਤਿਆਰੀ ਹੈ ਖਤਮ ਕਰਕੇ ਇੱਕ ਧਰਮ ਦਾ ਰਾਸ਼ਟਰ ਜਿਹੜਾ ਉਹ ਲਿਆਉਣਾ ਚਾਹੁੰਦੀ ਆ, ਇੱਕ ਕੱਟੜ ਸੋਚ ਦਾ ਰਾਜ ਲਿਆਉਣਾ ਚਾਹੁੰਦੀ ਆ। ਤੇ ਉਹ ਕੱਟੜ ਸੋਚ ਲਿਆਉਣ ਵਾਸਤੇ ਹੀ ਜਿਹੜਾ ਇਹ ਪਲਾਨ ਕੀਤੇ ਜਾ ਰਹੇ ਆ, ਖੇਤੀ ਕਾਨੂੰਨ ਯੂਨੀਵਰਸਿਟੀ ਨੂੰ ਖੋਣਾ, ਪੰਜਾਬੀ ਭਾਸ਼ਾ ਖਤਮ ਕਰਨੀ, ਤੇ ਜਿਹੜੀਆਂ ਸਾਡੀਆਂ ਇਤਿਹਾਸਕ ਵਿਰਾਸਤਾਂ ਜਿੱਥੋਂ ਸਾਨੂੰ ਸਿੱਖ ਮਿਲਣੀ ਹੈ, ਜਿੱਥੋਂ ਸਿੱਖਿਆ ਮਿਲਣੀ ਹੈ ਕਿ ਕਿਸੇ ਇੱਕ ਧਰਮ ਦਾ ਨਹੀਂ, ਇਹ ਮੁਲਕ ਸਾਰੇ ਧਰਮਾਂ ਦਾ ਤੇ ਸਾਰੇ ਧਰਮਾਂ ਦਾ ਆਦਰ ਸਤਿਕਾਰ ਕੀਤਾ ਜਾਣਾ ਚਾਹੀਦਾ। ਤੇ ਲੋਕ ਇਸ ਰਾਹ ਨਾ ਪੈ ਜਾਣ, ਭਾਈਚਾਰਕ ਸਾਂਝ ਫਿਰ ਦੁਬਾਰਾ ਨਾ ਬਣ ਜਾਵੇ, ਇਸ ਕਰਕੇ ਸਰਕਾਰ ਇਹ ਕੋਝੀਆਂ ਚਾਲਾਂ ਇਤਿਹਾਸਕ ਵਿਰਾਸਤਾਂ ਨੂੰ ਖਤਮ ਕਰਨ ਦੀ ਕਰ ਰਹੀ ਹੈ। ਭਾਈਚਾਰਕ ਸਾਂਝ ਦੀ ਗੱਲ ਕਰੀਏ ਤਾਂ 28 ਜਿਹੜੀ ਅਗਸਤ ਆ ਆਉਣ ਵਾਲੀ ਵਰਚੁਅਲ ਮੀਟਿੰਗ ਕਰਕੇ ਜਿਹੜਾ ਕੇਂਦਰ ਸਰਕਾਰ ਉਦਘਾਟਨ ਕਰਨ ਜਾ ਰਹੀ ਹੈ, ਉਹ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਜਿਹੜੀ ਹੈਗੀ ਨੌਜਵਾਨ ਭਾਰਤ ਸਭਾ ਕੀ ਕਰਨ ਜਾ ਰਹੀ ਹੈ? ਅਸੀਂ ਪਹਿਲਾਂ ਤਾਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਸਰਕਾਰ ਨੇ ਕਿਹਾ ਕਿ ਨਵੀਨੀਕਰਨ ਕਰ ਰਹੇ ਹਾਂ ਜੀ। ਅਸੀਂ ਟੈਕਨੋਲੋਜੀ ਦੇ ਵਿਰੋਧੀ ਨਹੀਂ ਗੇ, ਠੀਕ ਹੈ, ਅਸੀਂ ਸਜਾਵਟ ਦੇ ਵਿਰੋਧੀ ਨਹੀਂ। ਖੂਬਸੂਰਤ ਲੱਗਣੀ ਚਾਹੀਦੀ ਹੈ ਕੋਈ ਇਮਾਰਤ, ਉਹਦੀ ਸਜਾਵਟ ਵੱਲ ਧਿਆਨ ਦੇਣਾ ਚਾਹੀਦਾ, ਪਰ ਇਹੋ ਜਿਹੀ ਸਜਾਵਟ ਤੋਂ ਕਰਾਉਣਾ ਕੀ ਆ ਜਿਹਨੇ ਇਤਿਹਾਸਕ ਦਿੱਖ ਨੂੰ ਹੀ ਵਿਗਾੜ ਦੇਣਾ। ਸਰਕਾਰ ਨਵੀਨੀਕਰਨ ਦਾ ਇੱਕ ਬਹਾਨਾ ਬਣਾ ਰਹੀ ਹੈ। ਅਸਲ ਦੇ ਵਿੱਚ ਉੱਥੇ ਜਿਹੜੇ ਗੋਲੀਆਂ ਦੇ ਨਿਸ਼ਾਨ ਉਹਨੂੰ ਮਿਟਾਉਣ ਦੀ ਕੋਸ਼ਿਸ਼ ਹੋਊਗੀ। ਜਿਹੜਾ ਖੂਹ ਆ ਉਹਦਾ ਤਾਂ ਬਿਆਨ ਆ ਗਿਆ ਕਿ ਉਹਨੂੰ ਢੱਕ ਦਿੱਤਾ ਗਿਆ, ਉਹਨੂੰ ਪੂਰਨ ਦੀ ਕੋਸ਼ਿਸ਼ ਹੋਊਗੀ। ਬਾਕੀ ਜਿਹੜੀਆਂ ਇਤਿਹਾਸਕ ਚੀਜ਼ਾਂ ਘਟਨਾਵਾਂ ਉੱਥੇ ਵਾਪਰੀਆਂ ਤੇ ਉਹਦੇ ਨਾਲ ਕੱਲੀ ਕੱਲੀ ਚੀਜ਼ ਜੁੜੀ ਹੋਈ ਆ। ਹੁਣ ਜਿਹੜੀ ਇੱਕ ਗਲੀ ਆ ਭੀੜੀ, ਤੋਂ ਲੋਕ ਰੇਂਗ ਕੇ ਬਾਹਰ ਆਏ ਆ ਤੇ ਸਰਕਾਰ ਕਹੇ ਅਸੀਂ ਗਲੀ ਨੂੰ ਬੰਦ ਕਰ ਦੇਣਾ, ਉਹ ਵੀ ਸਾਡੀ ਇਤਿਹਾਸਕ ਜਿਹੜੀ ਥਾਂ, ਉੱਥੋਂ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ। ਸਰਕਾਰ ਨਵੀਨੀਕਰਨ ਦੇ ਨਾਂ ਤੇ ਇਤਿਹਾਸਕ ਦਿੱਖ ਵਿਗਾੜਨ ਜਾ ਰਹੀ ਹੈ ਤੇ ਇਸ ਨਵੀਨੀਕਰਨ ਦਾ ਨਾਮ ਦੇ ਕੇ 28 ਅਗਸਤ ਨੂੰ ਇਹਦਾ ਉਦਘਾਟਨ ਕਰਨ ਜਾ ਰਹੀ ਹੈ। ਤੇ ਅਸੀਂ ਪਹਿਲਾਂ ਹੀ ਕਿਹਾ ਕਿ ਇਹਨੂੰ ਸਾਡਾ ਸਖਤ ਇਤਰਾਜ਼ ਆ ਕਿ ਜਿਹੜੀ ਕੋਈ ਚੀਜ਼ ਪਹਿਲਾਂ ਹੀ ਲੋਕ ਅਰਪਣ ਆ, ਜਲਿਆਂਵਾਲਾ ਬਾਗ ਪਹਿਲਾਂ ਹੀ ਲੋਕ ਅਰਪਣ ਆ, ਤੇ ਹੁਣ ਦੁਬਾਰਾ ਲੋਕ ਅਰਪਣ ਕਰਨ ਦਾ ਸਰਕਾਰ ਕਿਉਂ ਐਲਾਨ ਕਰ ਰਹੀ ਹੈ? ਅਸਲ ਦੇ ਵਿੱਚ ਇੱਕ ਨਵੀਂ ਕਿਸਮ ਦਾ ਅਸੀਂ ਜਲਿਆਂਵਾਲਾ ਬਾਗ ਦੇਖਾਂਗੇ ਜਦੋਂ ਹੁਣ ਖੁੱਲੂਗਾ। ਹੋ ਸਕਦਾ ਟਿਕਟ ਖਿੜਕੀ ਸ਼ੁਰੂ ਹੋਵੇ। ਪਹਿਲਾਂ ਅਸੀਂ ਆਪਦੀ ਇਤਿਹਾਸਕ ਵਿਰਾਸਤ ਨੂੰ ਆਪਦੀ ਅੱਖੀਂ ਦੇਖਦੇ ਸੀਗੇ ਬਿਨਾਂ ਕੋਈ ਪੈਸਾ ਦਿੱਤੇ, ਹੁਣ ਉਹਦੀ ਟਿਕਟ ਲਾਉਣੀ ਸ਼ੁਰੂ ਕਰਨਗੇ। ਉੱਥੇ ਡਾਂਸਰਾਂ ਲਾਉਣਗੇ, ਡੀਜੇ ਸਾਊਂਡ ਲੱਗੂਗਾ, ਲਾਈਟਿੰਗ ਸਾਊਂਡ ਲੱਗੂਗਾ। ਮਤਲਬ ਵੀ ਉੱਥੇ ਜਾ ਕੇ ਪਹਿਲਾਂ ਜਿਹੜੀ ਸਾਡੀ ਮਨ ਨੂੰ ਇੱਕ ਜਜ਼ਬਾ ਪੈਦਾ ਹੁੰਦਾ ਸੀਗਾ। ਭਗਤ ਸਿੰਘ ਬਹੁਤ ਛੋਟੀ ਉਮਰ ਦਾ ਸੀ ਜਦੋਂ ਜਲਿਆਂਵਾਲਾ ਬਾਗ ਕਾਂਡ ਵਾਪਰਿਆ, ਤੇ ਉੱਥੇ ਜਾ ਕੇ ਉਹਨੇ ਆਪਦੇ ਸ਼ਹੀਦਾਂ ਦੀ ਖੂਨ ਨਾਲ ਲੱਥਪੱਥ ਮਿੱਟੀ ਚੱਕੀ ਤੇ ਕਈ ਸਮਾਂ ਆਪਦੇ ਕੋਲੇ ਸਾਂਭ ਕੇ ਰੱਖੀ। ਉਹਨੂੰ ਭਗਤ ਸਿੰਘ ਨੇ ਪੈਦਾ ਕੀਤਾ, ਜਲਿਆਂਵਾਲੇ ਬਾਗ ਦੀ ਮਿੱਟੀ ਨੇ। ਅੱਜ ਜੇ ਕੋਈ ਭਗਤ ਸਿੰਘ ਦੇ ਰਾਹ ਤੇ ਚੱਲਣਾ ਚਾਹੁੰਦਾ, ਉਹ ਤਾਂ ਹੀ ਚੱਲ ਸਕਦੇ ਆ ਜੇ ਜਵਾਨੀ ਜਾ ਕੇ ਉੱਥੇ ਦੇਖੂ ਤੇ ਉਹਨੂੰ ਇਤਿਹਾਸਕ ਚੀਜ਼ਾਂ ਉਸੇ ਤਰ੍ਹਾਂ ਹੀ ਦਿਖਾਈ ਦੇਣਗੀਆਂ। ਜੇ ਗੋਲੀਆਂ ਦੇ ਨਿਸ਼ਾਨ ਨਹੀਂ ਦਿਖਣੇ, ਜਲਿਆਂਵਾਲੇ ਬਾਗ ਦੀਆਂ ਪੁਰਾਣੀਆਂ ਇਮਾਰਤਾਂ ਨਹੀਂ ਦਿਖੀਆਂ ਗਈਆਂ, ਤਾਂ ਅੱਜ ਦੀ ਜਵਾਨੀ ਦੇ ਅੰਦਰ ਜਜ਼ਬਾ ਪੈਦਾ ਨਹੀਂ ਹੋ ਸਕਦਾ ਗਾ। ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ ਕਿ 28 ਤਰੀਕ ਨੂੰ ਨਰਿੰਦਰ ਮੋਦੀ ਇਸ ਮੁਲਕ ਦੇ ਪ੍ਰਧਾਨ ਮੰਤਰੀ ਨਵੀਨੀਕਰਨ ਦੇ ਨਾਂ ਤੇ ਜਲਿਆਂਵਾਲੇ ਬਾਗ ਨੂੰ ਲੋਕ ਅਰਪਣ ਕਰਨ ਦਾ ਖਿਖਣ ਕਰਨ ਜਾ ਰਹੇ ਆ। ਉਹ ਚਾਹੇ ਵਰਚੁਅਲ ਮੀਟਿੰਗ ਨਾਲ ਹੋਊਗਾ ਪ੍ਰੋਗਰਾਮ, ਪਰ ਫਿਰ ਵੀ ਨੌਜਵਾਨ ਭਾਰਤ ਸਭਾ ਨੇ ਇਹ ਫੈਸਲਾ ਕੀਤਾ ਕਿ ਅਸੀਂ 28 ਅਗਸਤ ਨੂੰ ਬਹੁਤ ਵੱਡੀ ਲਾਮਬੰਦੀ ਕਰਕੇ ਨੌਜਵਾਨਾਂ ਦੀ ਅੰਮ੍ਰਿਤਸਰ ਸ਼ਹਿਰ ਪਹੁੰਚ ਰਹੇ ਹਾਂ ਤੇ ਸਰਕਾਰ ਦੇ ਇਸ ਲੋਕ ਅਰਪਣ ਦੇ ਢੋਂਗ ਦਾ ਜਿਹੜਾ ਬਹੁਤ ਵੱਡੀ ਪੱਧਰ ਤੇ ਵਿਰੋਧ ਕਰਨ ਜਾ ਰਹੇ ਹਾਂ ਤੇ ਖਬਰਦਾਰ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਜਲਿਆਂਵਾਲਾ ਬਾਗ ਖੂਨੀ ਕਾਂਡ ਨੇ ਬਹੁਤ ਕੁਝ ਦਿੱਤਾ, ਸਾਡੇ ਤੋਂ ਖੋਇਆ, ਸਾਡੇ ਲੋਕ ਖੋਏ ਆ, ਪਰ ਇਤਿਹਾਸਕ ਜਿਹੜੀ ਵਿਰਾਸਤ ਏਡੀ ਵੱਡੀ ਸਾਨੂੰ ਦਿੱਤੀ ਆ ਜਿਹਨੇ ਸਾਡੇ ਅੰਦਰ ਜਜ਼ਬਾ ਪੈਦਾ ਕਰਨਾ, ਅਸੀਂ ਸੌਖਿਆਂ ਤਾਂ ਉਹ ਜਾਣ ਨਹੀਂ ਦਿੰਦੇਗੇ। ਸਰਕਾਰ ਇਹ ਸੋਚ ਸਮਝ ਕੇ ਸਟੈਪ ਚੱਕੇ ਜੋ ਵੀ ਚੱਕਣਾ ਚਾਹੁੰਦੀ ਹੈ। ਜਲਿਆਂਵਾਲੇ ਬਾਗ ਦੀ ਗੱਲ ਕਰੀਏ ਤਾਂ ਉਸ ਦੇ ਨਵੀਨੀਕਰਨ ਨੂੰ ਲੈ ਕੇ ਕੇਂਦਰ ਸਰਕਾਰ ਤੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ, ਤਾਂ ਇਹ ਸਨ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂਕੇ। ਸੋ ਫਿਲਹਾਲ ਦੇਖਣਾ ਹੋਵੇਗਾ ਕਿ ਆਉਣ ਵਾਲੀ 28 ਅਗਸਤ ਨੂੰ ਇਹਦੇ ਸਿੱਟੇ ਕੀ ਨਿਕਲਦੇ ਨੇ। ਇਹ ਤਾਂ ਫਿਲਹਾਲ ਭਵਿੱਖ ਦੇ ਗਰਭ ਵਿੱਚ ਹੈ। ਅਗਲੀ ਵਾਰ ਫਿਰ ਕਿਸੇ ਮਾਣਮੱਤੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ। ਫਿਲਹਾਲ ਮੈਨੂੰ ਦੇ ਇਜਾਜ਼ਤ।